ਵੀਡੀਓ ਲੈਸਨ ਦੇਖ ਰਹੇ ਸਾਰੇ ਸਟੂਡੈਂਟਸ ਨੂੰ ਮੇਰੇ ਵੱਲੋਂ ਜਾਣੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਲੈਸਨ 10th ਕਲਾਸ ਦੇ ਸਟੂਡੈਂਟਸ ਦੇ ਲਈ ਹੈ। 10th ਕਲਾਸ ਦਾ ਮੈਥਮੈਟਿਕਸ ਦਾ ਸਾਡੇ ਕੋਲ ਲੈਸਨ ਹੈ ਲੀਨੀਅਰ ਇਕੁਏਸ਼ਨਸ ਇਨ ਟੂ ਵੇਰੀਏਬਲਸ, ਦੋ ਚਲਾਂ ਵਾਲੇ ਰੇਖੀ ਸਮੀਕਰਨ। ਠੀਕ ਹੈ, तो ਇਸ ਚੈਪਟਰ ਦੇ ਵਿੱਚੋਂ 2 ਅੰਕਾਂ ਵਾਲੇ ਸਵਾਲ ਅਸੀਂ ਕਰਾਂਗੇ। ਫਸਟ ਪਾਰਟ ਦੇ ਵਿੱਚ ਕੁਝ ਸਵਾਲ ਅਸੀਂ ਪਹਿਲਾਂ ਲਾਸਟ ਵੀਡੀਓ ਦੇ ਵਿੱਚ ਕਰ ਚੁੱਕੇ ਹਾਂ। तो ਉਸ ਤੋਂ ਅੱਗੇ ਹੋਰ ਕੁਝ ਇੰਪੋਰਟੈਂਟ ਸਵਾਲ ਨੇ ਜਿਹੜੇ 2 ਅੰਕਾਂ ਦੇ ਵਿੱਚ ਫਾਈਨਲ ਐਗਜ਼ਾਮ ਦੇ ਵਿੱਚ ਇਸ ਚੈਪਟਰ ਦੇ ਵਿੱਚੋਂ ਪੁੱਛੇ ਜਾ ਸਕਦੇ ਨੇ, ਉਹ ਇਸ ਵੀਡੀਓ ਲੈਸਨ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ। ठीक है, तो आओ देखते हैं। तो ਜਿਹੜੇ ਕਨਸੈਪਟ ਅਸੀਂ ਲਾਸਟ ਵੀਡੀਓ ਦੇ ਵਿੱਚ ਸਮਝੇ ਸੀ ਕੱਲ, ਉਹਨਾਂ ਨੂੰ ਹੀ ਅਸੀਂ ਅੱਗੇ ਵੀ ਯੂਜ਼ ਕਰਾਂਗੇ। तो स्टेटमेंट ਸਾਡੇ ਕੋਲ ਹੈ k ਦੇ ਕਿਸ ਮੁੱਲ ਲਈ ਰੇਖੀ ਸਮੀਕਰਨ ਜੋੜੇ। ਇਹ ਸਾਡੇ ਕੋਲ ਰੇਖੀ ਸਮੀਕਰਨ ਦਿੱਤਾ ਹੋਇਆ ਇੱਕ ਇਹ ਵਾਲਾ ਤੇ ਕੇ ਵਾਲਾ ਦੇ ਅਸੀਮਤ ਰੂਪ ਵਿੱਚ ਅਨੇਕ ਹੱਲ ਹੋਣਗੇ। ਸਭ ਤੋਂ ਪਹਿਲਾਂ ਤਾਂ ਜਿਹੜੀਆਂ ਦੋਨੋਂ ਸਮੀਕਰਨਾਂ ਨੇ ਉਹ ਅਸੀਂ ਲਿਖ ਲੈਂਦੇ ਹਾਂ। kx + 3y - k - 3 = 0 और दूसरी समीकरण है ਸਾਡੇ ਕੋਲ 12x + ky - k = 0। ठीक है, तो ਇਹ ਦੋਨੋਂ ਸਮੀਕਰਨਾਂ ਦੇ ਵਿੱਚੋਂ ਅਸੀਂ ਪਹਿਲੇ ਤੇ ਜਿਹੜੇ ਸਾਡੇ ਕੋਲ ਕੋਐਫੀਸ਼ੀਐਂਟਸ ਹੈਗੇ ਨੇ, ਗੁਣਾਂਕ ਹੈਗੇ ਨੇ x y ਤੇ ਅਚਲ ਪਦ, ਉਹ ਸਾਰੇ ਅਸੀਂ ਨੋਟ ਕਰਾਂਗੇ। तो a1 ਆਪਣੇ ਕੋਲ ਹੈ ਇੱਥੇ x ਦਾ ਕੋਐਫੀਸ਼ੀਐਂਟ k, b1 ਦੀ ਕੀਮਤ ਆਪਣੇ ਕੋਲ 3 ਹੈ, c1 ਦੀ ਕੀਮਤ -k - 3, a2 ਜਿਹੜਾ ਹੈ ਦੂਸਰੇ ਸਮੀਕਰਨ ਦੇ ਵਿੱਚੋਂ a2 ਦੀ ਕੀਮਤ ਆਪਣੇ ਕੋਲ 12 ਹੈ, b2 ਦੀ ਕੀਮਤ ਆਪਣੇ ਕੋਲ k ਹੈ, c2 ਦੀ ਕੀਮਤ ਆਪਣੇ ਕੋਲ -k ਹੈ। ਠੀਕ ਹੈ, तो ਕਿਉਂਕਿ ਦਿੱਤਾ ਹੋਇਆ ਜਾਂ ਕਹਿ ਲਓ ਕਿ ਇਹ ਅਸੀਂ ਮੰਨ ਕੇ ਚੱਲਾਂਗੇ ਕਿ ਇਸ ਜੋੜੇ ਦੇ ਅਸੀਮਤ ਰੂਪ ਵਿੱਚ ਅਨੇਕ ਹੱਲ ਹਨ। ਜੇ ਅਸੀਮਤ ਰੂਪ ਵਿੱਚ ਅਨੇਕ ਹੱਲ ਹਨ ਤੇ ਇਹਦਾ ਮਤਲਬ ਜਿਹੜੇ ਸਾਡੇ ਕੋਲ ਅਨੁਪਾਤ a1/a2 b1/b2 c1/c2 ਬਣੇਗਾ, ਇਹਨਾਂ ਤਿੰਨਾਂ ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ ਬਰਾਬਰ ਹੋਣੀ ਚਾਹੀਦੀ ਹੈ। ਠੀਕ ਹੈ, तो ਮੰਨ ਲਓ ਦਿੱਤੇ ਹੋਏ ਜੋੜੇ ਦੇ ਅਸੀਮਿਤ ਰੂਪ ਵਿੱਚ ਅਨੇਕ ਹੱਲ ਹਨ। ਦਿੱਤੇ ਹੋਏ ਜੋੜੇ ਦੇ ਅਸੀਮਿਤ ਰੂਪ ਵਿੱਚ ਅਨੇਕ ਹੱਲ ਹਨ। ਠੀਕ ਹੈ, ਤਾਂ ਸਾਡੇ ਕੋਲ ਕੀ ਹੋਏਗਾ, a1/a2, a1 ਤੇ a2 ਦਾ ਜਿਹੜਾ ਅਨੁਪਾਤ ਹੈ ਸਾਡੇ ਕੋਲ ਇਹ ਬਰਾਬਰ ਹੋਏਗਾ b1/b2 ਦੇ, ਤੇ ਇਹ ਬਰਾਬਰ ਹੋਏਗਾ c1/c2 ਦੇ। ਠੀਕ ਹੈ, a1 ਸਾਡੇ ਕੋਲ ਇੱਥੇ ਕੀਮਤ ਤੁਸੀਂ ਦੇਖ ਸਕਦੇ ਹੋ k/12 ਆ ਜਾਏਗਾ, b1 ਦੀ ਕੀਮਤ ਸਾਡੇ ਕੋਲ 3 ਹੈ 3/k, c1 ਦੀ ਕੀਮਤ ਹੈ -k - 3 ਔਰ ਹੇਠਾਂ ਸਾਡੇ ਕੋਲ -k। ਠੀਕ ਹੈ, ਤਾਂ ਇਹ ਮਾਈਨਸ ਦੇ ਨਾਲ ਮਾਈਨਸ ਵੀ ਜਿਹੜਾ ਉਹ ਕੱਟਿਆ ਜਾਏਗਾ। तो ਇੱਥੇ ਜਿਹੜੇ ਸਾਡੇ ਕੋਲ ਅਨੁਪਾਤ ਹੁਣ ਬਣਦੇ ਨੇ, ਇਹ ਪਹਿਲਾ ਅਨੁਪਾਤ ਹੈ, ਇਹ ਦੂਸਰਾ ਅਨੁਪਾਤ ਹੈ, ਇਹ ਤੀਸਰਾ ਅਨੁਪਾਤ ਹੈ। ਠੀਕ ਹੈ, ਇਹਦੇ ਵਿੱਚੋਂ ਅਸੀਂ 2-2 ਕਰਕੇ ਅਨੁਪਾਤ ਲਵਾਂਗੇ, ਉਹਨਾਂ ਨੂੰ ਬਰਾਬਰ ਰੱਖ ਕੇ ਜੋ k ਦੀਆਂ ਵੈਲਿਊਜ਼ ਆਉਣਗੀਆਂ ਉਹਨਾਂ ਨੂੰ ਅਸੀਂ ਸਿੰਪਲੀਫਾਈ ਕਰਾਂਗੇ। ਠੀਕ ਹੈ, तो 1 ਅਤੇ 2 ਤੋਂ ਇਹਦੇ ਵਿੱਚੋਂ ਸਾਡੇ ਕੋਲ ਪਹਿਲਾ ਅਨੁਪਾਤ ਹੈ k/12 ਬਰਾਬਰ 3/k। ਠੀਕ ਹੈ, तो ਇਹਨਾਂ ਨੂੰ ਤਿਰਛੀ ਗੁਣਾ ਜੇਕਰ ਅਸੀਂ ਕਰੀਏ ਤਾਂ ਇਹ ਸਾਡੇ ਕੋਲ ਬਣੇਗਾ k² ਬਰਾਬਰ 36। ਠੀਕ ਹੈ, तो k ਦੀ ਕੀਮਤ ਪਤਾ ਕਰਨ ਦੇ ਲਈ 36 ਦਾ ਵਰਗਮੂਲ ਕਰ ਦਿਆਂਗੇ, ਇਹ ਸਾਡੇ ਕੋਲ +-6 ਆ ਜਾਏਗਾ, ਕਿਉਂਕਿ 36 ਦਾ ਜਿਹੜਾ ਵਰਗਮੂਲ ਹੈ ਉਹ ਸਾਡੇ ਕੋਲ ਜਮਾ ਦਾ 6 ਵੀ ਹੋ ਸਕਦਾ ਤੇ ਘਟਾਓ ਦਾ 6 ਵੀ ਹੋ ਸਕਦਾ। ਠੀਕ ਹੈ, तो ਇੱਥੇ ਸਾਡੇ ਕੋਲ ਦੋ ਕੀਮਤਾਂ ਜਿਹੜੀਆਂ k ਦੀਆਂ ਉਹ ਬਣ ਜਾਂਦੀਆਂ ਨੇ। ਠੀਕ ਹੈ, ਇਸੇ ਢੰਗ ਦੇ ਨਾਲ ਹੁਣ ਅਸੀਂ 1 ਅਤੇ 3 ਅਨੁਪਾਤ ਨੇ, ਜਾਂ ਦੂਜਾ ਤੇ ਤੀਜਾ ਅਨੁਪਾਤ, ਇਹਨਾਂ ਨੂੰ ਲੈ ਕੇ ਵੀ ਅਸੀਂ k ਦੀਆਂ ਕੀਮਤਾਂ ਜਿਹੜੀਆਂ ਉਹ ਹੱਲ ਕਰਾਂਗੇ। ਠੀਕ ਹੈ, ਫਿਰ ਉਹਨਾਂ ਕੀਮਤਾਂ ਤੇ ਇਹਨਾਂ ਕੀਮਤਾਂ ਦੇ ਵਿੱਚੋਂ ਜਿਹੜੀ ਸਾਂਝੀ ਕੀਮਤ ਹੋਏਗੀ ਉਹ ਸਾਡੇ ਕੋਲ ਫਾਈਨਲ ਆਨਸਰ ਹੋਏਗਾ। ਠੀਕ ਹੈ, 1 ਅਤੇ 3 ਤੋਂ
ਇਹ ਸਾਡੇ ਕੋਲ ਬਣਦਾ ਹੈ k ਵਟਾ 12 ਬਰਾਬਰ k ਮਾਈਨਸ 3 ਵਟਾ k। ठीक है, तो तिरछी गुणा इत्थे अगर असीं करिए तो ये k स्क्वायर बनेगा और दूसरी साइड साडे कोल 12 नूं k नाल करांगे 12 k आएगा, फिर 12 नूं 3 दे नाल करांगे साडे कोल 36 बन जाता है। तो k स्क्वायर माइनस 12 k और 36 इधर आगे जिहड़ा जमा दा हो जाएगा साडे कोल जमा 36 बराबर 0। ठीक है, तो ये साडे कोल दो घाती समीकरण जिहड़ी क्वाड्रेटिक इक्वेशन बन गई है k दे विच। तो इहनूं असीं किवें सिंपलीफाई करदे हां, k स्क्वायर इक्वल्स टू दो नंबर सानूं इहो ਜਿਹੀ ਸੰਖਿਆਵਾਂ ਅਸੀਂ ਸੋਚਣੀਆਂ ਨੇ ਜਿਨ੍ਹਾਂ ਦਾ ਜੋੜ ਸਾਡੇ ਕੋਲ 12 ਬਣਦਾ ਹੋਏ ਤੇ ਗੁਣਾ ਅਗਰ ਅਸੀਂ ਇਹਨਾਂ ਨੂੰ ਕਰੀਏ ਤਾਂ ਸਾਡੇ ਕੋਲ 36 ਬਣੇ। तो 6 ਤੇ 6 ਸਾਡੇ ਕੋਲ 12 ਹੁੰਦੇ ਨੇ, 6 6 का 36 बन जाएगा। ठीक है, तो इत्थे 6k आ जाएगा माइनस 6k आ जाएगा प्लस 36 इक्वल्स टू 0। ठीक है, तो ਇਹਦੇ ਵਿੱਚੋਂ k ਸਾਂਝਾ ਲਿਆ ਤੇ ਆਪਣੇ ਕੋਲ ਬਣੇਗਾ k माइनस 6 k ਸਾਂਝਾ ਲਿਆ k माइनस 6 आएगा और इत्थों ਅਸੀਂ माइनस 6 फिर कॉमन लवांगे तो इत्थे k बचेगा और 36 ਦੇ ਵਿੱਚੋਂ माइनस 6 कॉमन लिया पिछे ਸਾਡੇ ਕੋਲ माइनस 6 बचेगा। ठीक है, तो k माइनस 6 ਤੇ k माइनस 6 दो फैक्टर ਸਾਡੇ ਕੋਲ इत्थों बन जाते हैं बराबर 0। ठीक है, तो ਜਾਂ ਤੇ ਪਹਿਲਾ फैक्टर ਸਾਡੇ ਕੋਲ 0 ਹੋਏਗਾ गुणनखंड ਜਾਂ दूसरा गुणनखंड 0 ਹੋਏਗਾ क्योंकि दोनों ਦਾ ਜਿਹੜਾ गुणनफल है वो ਸਾਡੇ ਕੋਲ 0 है। तो ਅਸੀਂ इत्थों लिख सकते हैं कि k माइनस 6 बराबर 0 ਜਾਂ k माइनस 6 बराबर 0। वैसे दोनों फैक्टर ਜਿਹੜੇ सेम ही ने, तो दोनों ਦੇ ਵਿੱਚੋਂ k ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ सेम ही आएगी 6। ठीक है, तो ਅਸੀਂ ਦੇਖ ਸਕਦੇ ਹਾਂ ਕਿ ਪਹਿਲੇ ਦੋਨੋਂ ਅਨੁਪਾਤਾਂ ਨੂੰ ਜਦੋਂ ਅਸੀਂ ਸੋਲਵ ਕੀਤਾ ਤਾਂ ਉਹਦੇ ਵਿੱਚੋਂ ਹੱਲ ਕਰਨ ਤੇ ਸਾਡੇ ਕੋਲ k ਦੀਆਂ ਦੋ ਕੀਮਤਾਂ ਆਈਆਂ -6 ਤੇ 6। ਪਹਿਲੇ ਤੇ ਤੀਸਰੇ ਅਨੁਪਾਤ ਨੂੰ ਅਸੀਂ ਹੱਲ ਕੀਤਾ ਤਾਂ ਸਾਡੇ ਕੋਲ k ਦੀ ਕੀਮਤ ਜਿਹੜੀ ਉਹ 6 ਆਈ ਹੈ। तो ਇਹਨਾਂ ਦੇ ਵਿੱਚੋਂ ਜਿਹੜੀ ਸਾਂਝੀ ਕੀਮਤ ਹੈ ਉਹ ਅਸੀਂ ਦੇਖ ਸਕਦੇ ਹਾਂ 6, ਜਿਹੜੀ ਕਿ ਦੋਨੋਂ ਹੀ ਹਾਲਾਤਾਂ ਦੇ ਵਿੱਚ ਸਾਨੂੰ ਪ੍ਰਾਪਤ ਹੋਈ ਹੈ। ਇਹ ਹੀ ਸਾਡੇ ਕੋਲ ਜਿਹੜਾ ਲੋੜੀਂਦਾ ਆਨਸਰ ਹੈ ਇਸ ਸਵਾਲ ਦਾ। ਠੀਕ ਹੈ, ਆਪਾਂ ਇੱਥੇ ਲਿਖ ਲੈਂਦੇ ਹਾਂ, ਇਹਨੂੰ ਨੰਬਰ 2 ਲਿਖ ਲਓ और ਜਿਹੜੇ ਪਹਿਲੇ ਹੱਲ ਆਪਣੇ ਕੋਲ ਬਣੇ ਨੇ ਇਹਨੂੰ ਅਸੀਂ ਨੰਬਰ 1 ਲਿਖ ਲੈਂਦੇ ਹਾਂ। ਠੀਕ ਹੈ, तो 1 ਅਤੇ 2 ਤੋਂ 1 ਅਤੇ 2 ਤੋਂ k ਦਾ ਸਾਂਝਾ ਮੁੱਲ k ਦਾ ਸਾਂਝਾ ਮੁੱਲ 6 ਪ੍ਰਾਪਤ ਹੁੰਦਾ ਹੈ। ठीक है, सो k ਦਾ ਲੋੜੀਂਦਾ ਮੁੱਲ k ਦਾ ਲੋੜੀਂਦਾ ਮੁੱਲ 6 है। ठीक है, तो k ਦੀ ਕੀਮਤ 6 ਦੇ ਲਈ ਸਾਡੇ ਕੋਲ ਦਿੱਤੀਆਂ ਹੋਈਆਂ ਸਮੀਕਰਨਾਂ ਦਾ ਜਿਹੜਾ ਜੋੜਾ ਹੈ ਉਸ ਦੇ ਅਸੀਮਤ ਰੂਪ ਵਿੱਚ ਅਨੇਕਾਂ ਹੱਲ ਹੋਣਗੇ। ਠੀਕ ਹੈ, ਇਸ ਤੋਂ ਬਾਅਦ ਅਗਲੇ ਸਵਾਲ ਜਿਹੜੇ ਅਸੀਂ ਦੇਖਦੇ ਹਾਂ, ਹੇਠਾਂ ਦਿੱਤੇ ਰੇਖੀ ਸਮੀਕਰਨ ਦੇ ਹੱਲ ਪਤਾ ਕਰੋ। ठीक है, ਇੱਥੇ ਸਾਡੇ ਕੋਲ ਜਿਹੜੇ ਸਮੀਕਰਨ ਤੁਸੀਂ ਦੇਖ ਸਕਦੇ ਹੋ 4 ਸਵਾਲ ਨੇ ਦਿੱਤੇ ਹੋਏ। तो ਸਮੀਕਰਨਾਂ ਦੇ ਹੱਲ ਪਤਾ ਕਰਨ ਦੇ ਲਈ ਸਾਡੇ ਕੋਲ ਜਿਹੜੇ ਮੈਥਡ ਹੁੰਦੇ ਨੇ ਉਹਦੇ 'ਚ ਗ੍ਰਾਫਿਕਲ ਮੈਥਡ ਹੈ, ਆਲੇਖ ਵਿਧੀ ਹੈ, ਪ੍ਰਤਿਵਿਸਥਾਪਨ ਵਿਧੀ ਹੈ, ਵਿਲੋਪਨ ਵਿਧੀ ਹੈ। ਇਹਦੇ ਵਿੱਚ ਅਸੀਂ ਵਿਲੋਪਨ ਵਿਧੀ ਤੇ ਪ੍ਰਤਿਸਥਾਪਨ ਵਿਧੀ ਦੀ ਮਦਦ ਦੇ ਨਾਲ ਇਹ ਚਾਰੋਂ ਸਵਾਲ ਜਿਹੜੇ ਉਹ ਹੱਲ ਕਰਾਂਗੇ। ਠੀਕ ਹੈ, तो पहला सवाल देख सकते हो ये है x जमा y बराबर 14 तो दूसरी समीकरण है साढ़े कोल x माइनस y बराबर 4। तो एक चीज़ असी हमेशा ध्यान दे विच रखांगे कि जदों भी साढ़े कोल लैफ्ट हैंड साइड ते खब्बे पासे इस ढंग दे नाल बन जांदियां जिहड़े एक्सप्रैशन है साढ़े कोल इदां बन जांदे कि एक जगह x जमा y है, दूसरी जगह x माइनस y है। मतलब पहले च जिहड़े पद ने साढ़े कोल दोनों बराबर ने, दोनों सेम ने, पर उन्हां च जिहड़ा साइन है वो चेंज हो जाता है। इत्थे a प्लस b इत्थे a माइनस b भी हो सकता है। ठीक है, या इत्थे 3x प्लस 2y इत्थे 3x माइनस 2y हो सकता है। मतलब इन्हां च जिहड़ा खब्बे पासे जिहड़ा डिफरेंस है दोनों समीकरणों का वो सिर्फ साइन का है, विचकार जिहड़ा साइन है। तो इन्हां दे विच असीं इन्हां दोनों नूं ऐड करांगे। एक बार ऐड करांगे
तो y जिहड़ा कैंसल हो जाएगा, एक बार असीं इन्हां नूं सबट्रैक्ट करांगे तो x जिहड़ा है वो कैंसल हो जाएगा। ठीक है, तो 1 ਅਤੇ 2 ਨੂੰ जोड़न ते 1 ਅਤੇ 2 ਨੂੰ जोड़न ते, तो 1 ਨੂੰ ਜੇਕਰ ਅਸੀਂ 2 ਦੇ ਨਾਲ ਜੋੜਦੇ ਹਾਂ ਤਾਂ ਸਾਡੇ ਕੋਲ ਕੀ ਬਣੇਗਾ, x + y = 14 और x - y = 4। दोनों का जोड़ करते हैं तो y ਦੇ ਨਾਲ ਇਹ ਕੱਟਿਆ ਜਾਏਗਾ, x + x ਸਾਡੇ ਕੋਲ 2x आ जाएगा, दूसरी साइड 14 जमा 4 ਇਹ ਸਾਡੇ ਕੋਲ 18 बन जाएगा। ठीक है, तो ਇਹਦੇ ਵਿੱਚੋਂ x ਦੀ ਕੀਮਤ ਪਤਾ ਕਰਨ ਦੇ ਲਈ 2 ਨੂੰ ਅਸੀਂ ਦੂਜੇ ਪਾਸੇ ਲੈ ਕੇ ਜਾਵਾਂਗੇ, ਉਹ 18 ਨੂੰ ਭਾਗ ਕਰੇਗਾ ਤਾਂ ਸਾਡੇ ਕੋਲ x ਦੀ ਕੀਮਤ ਜਿਹੜੀ ਹੈ ਉਹ 9 ਪ੍ਰਾਪਤ ਹੋ ਜਾਂਦੀ ਹੈ, x = 9। ठीक है, ਹੁਣ ਜਾਂ ਤਾਂ ਅਸੀਂ ਇਹ ਜਿਹੜੀ x ਦੀ ਕੀਮਤ ਹੈ 9 ਇਹਨੂੰ ਅਸੀਂ ਪਹਿਲੀ ਜਾਂ ਦੂਸਰੀ ਸਮੀਕਰਨ ਦੇ ਵਿੱਚ ਭਰ ਦਈਏ ਤਾਂ ਵੀ ਸਾਡੇ ਕੋਲ ਜਿਹੜਾ ਹੱਲ ਹੈ y ਦੀ ਕੀਮਤ ਜਿਹੜੀ ਉਹ ਸਾਨੂੰ ਪ੍ਰਾਪਤ ਹੋ ਸਕਦੀ ਹੈ। ਠੀਕ ਹੈ, ਜਾਂ ਫਿਰ ਅਸੀਂ ਇਹਨਾਂ ਦੋਨੋਂ ਸਮੀਕਰਨਾਂ ਨੂੰ ਹੁਣ ਅਸੀਂ ਘਟਾ ਵੀ ਸਕਦੇ ਹਾਂ ਕਿ ਪਹਿਲੀ ਸਮੀਕਰਨ ਚੋਂ ਦੂਜੀ ਸਮੀਕਰਨ ਜਿਹੜੀ ਉਹ ਘਟਾ ਦਿਓ, ਉਹਦੇ ਨਾਲ x ਜਿਹੜਾ ਕੈਂਸਲ ਹੋ ਜਾਏਗਾ ਤੇ y ਦੀ ਕੀਮਤ ਜਿਹੜੀ ਉਹ ਸਾਡੇ ਕੋਲ ਉੱਥੋਂ ਪ੍ਰਾਪਤ ਹੋ ਜਾਏਗੀ। ਠੀਕ ਹੈ, ਇਹਦੇ 'ਚ ਅਸੀਂ ਹੁਣ ਸਬਸਟੀਟਿਊਸ਼ਨ ਕਰਾਂਗੇ, ਭਰ ਲਵਾਂਗੇ ਕਿ x = 9 ਨੂੰ ਸਮੀਕਰਨ 1 ਵਿੱਚ ਭਰਨ ਤੇ x = 9 ਨੂੰ समीकरण 1 ਵਿੱਚ ਭਰਨ ਤੇ, ਹਾਂਜੀ, तो की प्राप्त होएगा साढ़े कोल x की कीमत 9 तो साढ़े कोल 9 जमा y इत्थे आपां भर लिया। ठीक है, 9 जमा y = 14, तो y की कीमत पता करन दे लई 9 ਨੂੰ ਅਸੀਂ ਦੂਜੇ ਪਾਸੇ y ਦੇ ਵਿੱਚੋਂ ਮਾਈਨਸ ਕਰਾਂਗੇ, 14 - 9 ਇਹ ਸਾਡੇ ਕੋਲ ਬਣੇਗਾ 5। ठीक है जी, तो इस तरह लोड़ींदा हल x = 9 ਅਤੇ y = 5 है। ठीक है, इसी चीज़ ਨੂੰ ਤੁਸੀਂ ਕਨਫਰਮ ਜੇਕਰ ਕਰਨਾ, ਵੈਰੀਫਾਈ ਜਾਂ ਪੜਤਾਲ ਇਹਦੀ ਕਰਨੀ ਉਹ ਵੀ ਅਸੀਂ ਕਰ ਸਕਦੇ ਹਾਂ। ਅਸੀਂ ਜੇਕਰ ਇਹ ਸਮੀਕਰਨਾਂ ਦੇ ਵਿੱਚ x ਦੀ ਕੀਮਤ 9 ਤੇ y ਦੀ ਕੀਮਤ 5 ਭਰੀਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਉਹ ਇਹਨੂੰ ਸੰਤੁਸ਼ਟ ਕਰਦੀਆਂ ਨੇ ਜਾਂ ਨਹੀਂ। ਠੀਕ ਹੈ, ਜਿਵੇਂ ਇੱਥੇ x 9 ਹੈ, 9 ਜਮਾ 5 ਅਸੀਂ ਕਰੀਏ ਤਾਂ ਇਹ ਸਾਡੇ ਕੋਲ ਵਾਕਈ 14 ਬਣਦਾ ਹੈ, 14 = 14 ਆ ਜਾਏਗਾ। ਜੇ ਅਸੀਂ 9 ਦੇ ਵਿੱਚੋਂ 5 ਨੂੰ ਮਾਈਨਸ ਕਰਦੇ ਹਾਂ ਤਾਂ ਇਹ ਸਾਡੇ ਕੋਲ 4 ਬਣਦਾ ਹੈ। ਠੀਕ ਹੈ, ਤਾਂ ਇਹਦਾ ਮਤਲਬ ਇਹ ਜਿਹੜੀਆਂ ਕੀਮਤਾਂ ਨੇ ਉਹ ਦੋਨੋਂ ਸਮੀਕਰਨਾਂ ਨੂੰ ਸੰਤੁਸ਼ਟ ਕਰਦੀਆਂ ਨੇ, ਇਸ ਲਈ ਜਿਹੜਾ ਦਿੱਤਾ ਅਸੀਂ ਜੋ ਆਨਸਰ ਜਿਹੜਾ ਪਤਾ ਕੀਤਾ ਹੈ ਹੱਲ ਉਹ ਬਿਲकुल सही है। ठीक है, तो आओ इस तो बाद अगला सवाल देखते हैं। दूजा सवाल साडे कोल है समीकरणां इहदियां पहलां असीं लिखांगे 2x + y - 6 = 0, 4x - 2y - 4 = 0। ठीक है, ਇਹਦੇ ਵਿੱਚ ਜਿਹੜਾ ਸਾਡੇ ਕੋਲ ਇਹ समीकरण 1 है, ये साडे कोल समीकरण 2 है। ठीक है, तो सब तो ਪਹਿਲਾਂ ਜੇ ਅਸੀਂ ਇਹਦੇ 'ਚ ਚੈੱਕ ਵੀ ਕਰਨਾ ਚਾਹੀਏ ਤਾਂ ਅਸੀਂ ਪਹਿਲਾਂ ਦੇਖ ਵੀ ਸਕਦੇ ਹਾਂ ਕਿ ਸਮੀਕਰਨਾਂ ਦਾ ਜਿਹੜਾ ਸਾਡੇ ਕੋਲ ਇੱਕ ਹੱਲ ਹੋਏਗਾ, ਅਨੇਕਾਂ ਹੱਲ ਹੋਣਗੇ ਜਾਂ ਕੋਈ ਹੱਲ ਨਹੀਂ ਹੈ, ਉਹ ਵੀ ਅਸੀਂ ਦੇਖ ਸਕਦੇ ਹਾਂ। ਇੱਥੇ ਦੇਖ ਸਕਦੇ ਹੋ 2/4 ਅਸੀਂ ਕਰਾਂਗੇ ਤਾਂ ਸਾਡੇ ਕੋਲ 1/2 ਬਣੇਗਾ। ਇੱਥੇ y ਦਾ ਗੁਣਾਂਕ ਜਿਹੜਾ 1 ਹੈ, ਥੱਲੇ -2 ਹੈ, तो 1/-2 ਇਹ ਸਾਡੇ ਕੋਲ -1/2 ਬਣ ਜਾਏਗਾ। तो दोनों ਇਹ ਬਰਾਬਰ नहीं है, ਇਹਦਾ ਮਤਲਬ ਸਾਡੇ ਕੋਲ ਇਹਨਾਂ ਸਮੀਕਰਨਾਂ ਦਾ ਵਿਲੱਖਣ ਹੱਲ ਬਣੇਗਾ। ठीक है, ਹਾਂਜੀ, तो ਇਹਦੇ ਵਿੱਚ ਹੁਣ ਅਸੀਂ ਵਿਧੀ ਜਿਹੜੀ ਹੈ ਉਹ ਵਿਲੋਪਨ ਵਿਧੀ ਜਾਂ ਪ੍ਰਤਿਸਥਾਪਨ ਵਿਧੀ ਅਸੀਂ ਇਹਦੇ 'ਚ ਕਰਾਂਗੇ। ਪ੍ਰਤਿਸਥਾਪਨ ਵਿਧੀ ਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਦੋਨੋਂ ਸਮੀਕਰਨਾਂ 'ਚੋਂ ਕੋਈ ਵੀ ਅਸੀਂ ਇੱਕ ਸਮੀਕਰਨ ਲਵਾਂਗੇ, ਉਹਦੇ ਵਿੱਚੋਂ x ਜਾਂ y ਦੀ ਕੀਮਤ ਜਿਹੜੀ ਪਤਾ ਕਰਾਂਗੇ ਤੇ ਉਸ ਕੀਮਤ ਨੂੰ ਅਸੀਂ ਦੂਸਰੀ ਸਮੀਕਰਨ ਦੇ ਵਿੱਚ ਭਰ ਦਿਆਂਗੇ। ਠੀਕ ਹੈ, ਜਿੱਦਾਂ ਕਿ 1 ਤੋਂ ਹੁਣ ਸਮੀਕਰਨ 1 ਤੋਂ ਜੇਕਰ y ਦੀ ਕੀਮਤ ਪਤਾ ਕਰਨੀ ਹੋਵੇ, 2x ਨੂੰ ਅਸੀਂ ਦੂਜੇ ਪਾਸੇ ਸ਼ਿਫਟ ਕਰੀਏ ਸਾਡੇ ਕੋਲ -2x ਬਣ ਜਾਏਗਾ, 6 ਨੂੰ ਅਸੀਂ ਦੂਜੇ ਪਾਸੇ ਲੈ ਕੇ ਜਾਵਾਂਗੇ ਸਾਡੇ ਕੋਲ ਜਮਾ 6 ਬਣ ਜਾਏਗਾ। ਠੀਕ ਹੈ, तो y = -2x जमा 6 ਨੂੰ ਅਸੀਂ ਸਮੀਕਰਨ 2 ਦੇ ਵਿੱਚ ਭਰ ਦਿਆਂਗੇ। ਠੀਕ ਹੈ, y = -2x + 6 ਨੂੰ ਸਮੀਕਰਨ 2 ਵਿੱਚ ਭਰਨ ਤੇ ਸਮੀਕਰਨ 2 ਵਿੱਚ ਭਰਨ ਤੇ तो ये अपने को बन गया 4x - 2। हाँ जी,
y की जगह तो साढ़े कोल आ जाएगा -2x + 6 -4 बराबर 0। ठीक है, ये y ਨੂੰ ਅਸੀਂ ਰਿਪਲੇਸ ਕਰ ਲਿਆ -2x + 6 ਦੇ ਨਾਲ। तो 4x ये साढ़े कोल माइनस प्लस 2 दूनी 4 x और 6 दूनी 12 -12 -4 बराबर 0। 4x ਤੇ 4x ਇਹ ਸਾਡੇ ਕੋਲ 8x ਬਣ ਜਾਂਦਾ ਹੈ। 12 ਤੇ 4 ਦੋਨਾਂ ਦਾ ਸਾਈਨ ਜਿਹੜਾ ऋणात्मक ਹੈ ਘਟਾਉਦੇ ਨੇ, तो ਇਹ ਆਪਸ ਦੇ ਵਿੱਚ ਜੁੜ ਜਾਣਗੇ, ਪਰ ਸਾਈਨ ਜਿਹੜਾ ਉਹ ਰਹੇਗਾ ਆਪਣੇ ਕੋਲ ਮਾਈਨਸ ਦਾ ਹੀ ਬਰਾਬਰ 0। 12 4 16 16 ਨੂੰ ਉਧਰ ਅਸੀਂ ਸ਼ਿਫਟ ਕਰਾਂਗੇ, तो x बराबर है साढ़े कोल 16 आ गया। ये x की जी कीमत है वो साढ़े कोल 16/8 16/8 = 2 बन जाएगी। ठीक है, तो x = 2 आ गया अपने को। x की कीमत जी 2 आई है, इनू असी हुण इत्थे इनू असी 3 मान लैंदे हां इस समीकरण ਨੂੰ। वैसे पहली समीकरण तो ही ਅਸੀਂ ਇਹ ਬਣਾਈ ਹੈ, ਇਹਦੇ ਵਿੱਚ ਅਸੀਂ x ਦੀ ਕੀਮਤ 2 ਜਿਹੜੀ ਭਰ ਦੇਾਂਗੇ। ठीक है, फिल करांगे तो ਉੱਥੋਂ ਸਾਡੇ ਕੋਲ y ਦੀ ਵੈਲਿਊ ਜਿਹੜੀ ਉਹ ਆ ਜਾਏਗੀ। ठीक है, तो x बराबर 2 समीकरण 3 ਵਿੱਚ ਭਰਨ ਤੇ, समीकरण 3 ਵਿੱਚ ਭਰਨ ਤੇ, तो ये ਸਾਡੇ ਕੋਲ y बराबर -2 × 2 + 6 बन जाएगा। y बराबर -2 × 2 + 6। ठीक है, तो -4 + 6 बराबर 6 घटाओ 4 बराबर 2, तो y की वैल्यू भी जी साढ़े कोल 2 आ गई। तो जोड़ा लोड़ींदा हल है साढ़े कोल की है x बराबर 2 y बराबर 2। ठीक, ये साढ़े कोल हल है। ये कीमत असी भर के देख भी सकते हैं। ठीक है, जेकर असी इतने 2 भरांगे तो साढ़े कोल 4 बन जाएगा, 4 + 2 साढ़े कोल 6 बनेगा, 6 - 6 बराबर 0 आता है। इतने 2 भरांगे x की जगह, तो साढ़े कोल 4 दूनी 8 8 - 4 4 बनेगा, 4 - 4 साढ़े कोल 0। ठीक है, तो ये दोनों जिहड़ियां कीमतां ने वो दोनों समीकरणों को संतुष्ट करदियां ने, इसलिए ये साढ़े कोल जिहड़ा लोड़ींदा हल है बिल्कुल सही है। ठीक, इस तो बाद अगला सवाल है साढ़े कोल, ਇਹਨੂੰ ਅਸੀਂ ਵਿਲੋਪਨ ਵਿਧੀ ਦੇ ਨਾਲ ਹੱਲ ਕਰਾਂਗੇ। ਜਦੋਂ ਸਾਨੂੰ ਸਵਾਲ ਦੇ ਵਿੱਚ ਇਹ ਲਿਖਿਆ ਗਿਆ ਹੋਵੇ ਕਿ ਕਿਹੜੀ ਵਿਧੀ ਦੇ ਨਾਲ ਹੱਲ ਕਰਨਾ ਹੈ, ਫਿਰ ਅਸੀਂ ਉਸੇ ਹੀ ਵਿਧੀ ਦੀ ਵਰਤੋਂ ਕਰਦੇ ਹਾਂ। ਜੇਕਰ ਨਹੀਂ ਲਿਖਿਆ ਗਿਆ, ਜਿਵੇਂ ਇਹਦੇ ਸਿਰਫ ਇਹ ਲਿਖਿਆ ਗਿਆ ਕਿ ਸਮੀਕਰਨਾਂ ਦਾ ਹੱਲ ਪਤਾ ਕਰੋ, ਤਾਂ ਅਸੀਂ ਕੋਈ ਵੀ ਵਿਧੀ ਜਿਹੜੀ ਹੈ ਉਹਨੂੰ ਅਸੀਂ ਵਰਤ ਸਕਦੇ ਹਾਂ। ਠੀਕ ਹੈ, ਇਹਨਾਂ ਵਿਧੀਆਂ ਦੇ ਉੱਤੇ ਲੈਸਨ ਪਹਿਲਾਂ ਜਿਹੜੇ ਉਹ ਬਣੇ ਹੋਏ ਨੇ, ਤੀਸਰੇ ਲੈਸਨ ਦੇ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ, ਜੇ ਕਿਸੇ ਨੂੰ कोई भी चीज़ नहीं पता था। ये समीकरण 1 ਤੇ समीकरण 2। विलोपन विधि ਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ x ਦੇ ਕੋਐਫੀਸ਼ੀਐਂਟ, x ਦੇ ਗੁਣਾਂਕ ਦੋਨੋਂ ਜਗ੍ਹਾ ਅਸੀਂ ਬਰਾਬਰ ਕਰਨ ਦੀ ਕੋਸ਼ਿਸ਼ ਕਰਾਂਗੇ, ਜਾਂ y ਦੇ ਗੁਣਾਂਕ ਦੋਨੋਂ ਜਗ੍ਹਾ ਬਰਾਬਰ ਕਰਨ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ, ਇਹਦੇ 'ਚ ਅਸੀਂ ਦੇਖ ਸਕਦੇ ਹਾਂ ਜੇ ਅਸੀਂ 2 ਨੂੰ 2 ਦੇ ਨਾਲ ਗੁਣਾ ਕਰੀਏ ਤਾਂ ਇਹ ਸਾਡੇ ਕੋਲ 4 ਬਣ ਜਾਏਗਾ। ਠੀਕ ਹੈ, तो दूसरी इक्वेशन ਨੂੰ ਅਸੀਂ ਪੂਰੀ ਸਮੀਕਰਨ ਨੂੰ 2 ਦੇ ਨਾਲ ਗੁਣਾ ਕਰ ਦਿੰਦੇ ਹਾਂ। ਉਹਦੇ ਨਾਲ ਸਾਡੇ ਕੋਲ ਇੱਥੇ 4x ਬਣੇਗਾ, ਇੱਥੇ 4y बन जाएगा, ਇੱਥੇ ਸਾਡੇ ਕੋਲ 4 बन जाएगा। ठीक है, तो 4 ਤੇ 4 ਇਹ ਦੋਨੋਂ ਇਕੱਠੇ ਹੋਣਗੇ, ਫਿਰ ਇਹਨਾਂ ਨੂੰ ਐਡ ਕਰਾਂਗੇ, ਦੋਨਾਂ ਨੂੰ ਅਸੀਂ ਜੋੜ ਦਿਆਂਗੇ ਸਮੀਕਰਨਾਂ ਤੋਂ ਨੂੰ, ਤਾਂ ਸਾਡੇ ਕੋਲ ਜਿਹੜਾ y ਵਾਲਾ ਪਦ ਹੈ ਉਹ ਖਤਮ ਹੋ ਜਾਏਗਾ। तो ਸਮੀਕਰਨ 2 ਨੂੰ 2 ਨਾਲ ਗੁਣਾ ਕਰਨ ਤੇ, ਸਮੀਕਰਨ 2 ਨੂੰ 2 ਨਾਲ गुणा ਕਰਨ ਤੇ। ठीक है, तो 2 ਨਾਲ ਇਹਨੂੰ ਗੁਣਾ ਕਰਾਂਗੇ ਸਮੀਕਰਨ 2 ਨੂੰ, ਤੇ ਅਸੀਂ ਲਿਖ ਲੈਂਦੇ ਹਾਂ ਐਵੇਂ, ਤਾਂ ਇਹ ਸਾਡੇ ਕੋਲ ਬਣ ਜਾਏਗਾ 4x - 4y बराबर 4। ਇਹਨੂੰ ਅਸੀਂ ਨੰਬਰ 3 ਮਾਰਕ ਕਰ ਲੈਂਦੇ ਹਾਂ। ठीक है, ਹੁਣ ਅਸੀਂ 1 ਅਤੇ 3 ਨੂੰ ਜੋੜ ਦਿਆਂਗੇ, ਕਿਉਂਕਿ 4y ਤੇ 4y ਦੋਨਾਂ ਦਾ ਸਾਈਨ ਜਿਹੜਾ ਆਪੋਜ਼ਿਟ ਹੈ, ਇੱਥੇ ਪਲੱਸ ਹੈ, ਇੱਥੇ ਮਾਈਨਸ ਹੈ, ਐਡ ਕਰਾਂਗੇ ਤੇ ਦੋਨੋਂ ਆਪਸ ਦੇ ਵਿੱਚੋਂ ਕੱਟੇ ਜਾਣਗੇ। ਸਮੀਕਰਨ 1 ਅਤੇ 3 ਨੂੰ ਜੋੜਨ ਤੇ, ਸਮੀਕਰਨ 1 ਅਤੇ 3 ਨੂੰ ਜੋੜਨ ਤੇ 3x + 4y = 10 और 2x सॉरी तो 4x आएगा, 4x - 4y
इक्वल्स टू 4, ठीक है। तो ये दोनों साढ़े कोल कटे जाएंगे, 3x से 4x से साढ़े कोल हो जाएगा 7x और 7 ते 4 साढ़े कोल हो जाएगा 14, ठीक है। ये x की जी कीमत है वो साढ़े कोल आ जाएगी 2। तो हुण x की कीमत जी है वो असीं पहली या दूसरी या तीसरी किसी भी समीकरण के विच भर देंगे तो साढ़े कोल y की कीमत जी पता चल जाएगी, ठीक है। तो x बराबर 2 नूं असीं पहली समीकरण के विच भर देंगे x बराबर 2 समीकरण 1 विच x बराबर 2 भरन ते समीकरण 1 विच x बराबर 2 भरन ते, हाँ जी। तो इत्थे साडे कोल है 3x जमा 4y बराबर 10, 3x जमा 4y बराबर 10, ठीक है। तो x की जगह तो असीं 2 भर लिया, तो 3 दूनी 6, 6 जमा 4y बराबर 10, तो ये साडे कोल 4y इक्वल्स टू 10 माइनस 6 हो जाएगा। तो 4y इक्वल्स टू 4 आएगा और तो साडे कोल y की कीमत की आ गई, दोनों पासे 4 दे नाल भाग कर दिए तो 1, ठीक है। तो x इक्वल्स टू 2 एंड y इक्वल्स टू 1, ये साडे कोल जिहड़ा हल है वो बन जाता है लोड़ींदा हल। सो लोड़ींदा हल x बराबर 2 y बराबर 1 है, ठीक। लो तो ये कीमतां तुसीं इत्थे भर के भी देख सकते हो। जेकर असीं पड़ताल करनी होए तो 2 इत्थे भरांगे तो साडे कोल 6 बन जाएगा, इत्थे 1 भरांगे तो ये साडे कोल 4 बन जाएगा, ठीक है। तो 6 जमा 4 बराबर 10 होंदे ने, बिल्कुल ठीक है। इत्थे 2 भरांगे साडे कोल 4 आ जाएगा, 2 दूनी 4, इत्थे 2 भरांगे तो ये साडे कोल 2 रहेगा, तो 4 चों 2 कढांगे तो बराबर 2 ही आंदा, बिल्कुल ठीक है, ठीक है। तो इहदा मतलब साडे कोल जो असीं हल जिहड़े प्राप्त कीते ने वो बिल्कुल सही ने। इस तो बाद आखिरी चौथा सवाल है, इनू भी असीं हल करांगे। 2x जमा y बराबर 5, 3x जमा 2y बराबर x, ठीक है। इस बार असीं इदां करदे हां कि वैसे तो y दे जिहड़े गुणांक ने उन्हां नूं सौखिआं ही असीं बराबर कर सकदे हां, पर इहदे विच असीं x ਦੇ ਗੁਣਾਂਕਾਂ ਨੂੰ ਬਰਾਬਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। तो इन्हां नूं किवें कीता जा सकदा है कि अगर असीं x ਦਾ ਗੁਣਾਂਕ दूसरे समीकरण ਦੇ ਵਿੱਚ 3 है तो ਇਹ 3 ਦੇ ਨਾਲ ਅਸੀਂ ਪਹਿਲੀ ਸਮੀਕਰਨ ਨੂੰ ਗੁਣਾ ਕਰ ਦਿਆਂਗੇ। ਪਹਿਲੀ ਸਮੀਕਰਨ ਦੇ ਵਿੱਚ x ਦਾ ਗੁਣਾਂਕ 2 है तो दूसरी ਸਮੀਕਰਨ ਨੂੰ ਅਸੀਂ 2 ਦੇ ਨਾਲ ਗੁਣਾ ਕਰ ਦਿਆਂਗੇ, ठीक है। तो ਸਮੀਕਰਨ 1 ਨੂੰ ਸਮੀਕਰਨ 1 ਨੂੰ 3 ਨਾਲ ਅਤੇ 2 ਨੂੰ ਜਿੱਥੇ ਸਮੀਕਰਨ ਦਾ ਨੰਬਰ ਪਾਇਆ ਉਹਨੂੰ ਹਮੇਸ਼ਾ ਇਦਾਂ ਸਰਕਲ ਦੇ ਵਿੱਚ ਪਾਵਾਂਗੇ ਆਪਾਂ, ਠੀਕ ਹੈ। ਉੱਥੇ ਵੀ ਕਲੀਅਰ ਰਹਿੰਦਾ ਹੈ ਕਿ ਇਹ ਸਮੀਕਰਨ ਦਾ ਨੰਬਰ ਹੈ ਤੇ 3 ਜਿਹੜੀ ਸੰਖਿਆ ਜਿਹਦੇ ਨਾਲ ਅਸੀਂ ਗੁਣਾ ਕਰਨਾ ਹੈ, ਤੇ 2 ਸਮੀਕਰਨ ਨੂੰ 2 ਨਾਲ ਗੁਣਾ ਕਰਨ ਤੇ ਗੁਣਾ ਕਰਨ ਤੇ, ठीक है। तो ਇਹ ਸਾਡੇ ਕੋਲ ਬਣ ਜਾਏਗਾ ਸਮੀਕਰਨ 1 ਨੂੰ ਅਸੀਂ ਗੁਣਾ ਕਰ ਰਹੇ ਹਾਂ 3 ਦੇ ਨਾਲ, ਸਮੀਕਰਨ 2 ਨੂੰ ਗੁਣਾ ਕਰ ਰਹੇ ਹਾਂ 2 ਦੇ ਨਾਲ, ਇਹ ਬਣੇਗਾ 6, ਇੱਥੇ 3 ਨਾਲ ਗੁਣਾ ਕੀਤਾ 3 दूनी 6x जमा 3y बराबर 5 15, और 2 नाल इत्थे करांगे तो 6x जमा 2 दूनी 4y बराबर 8 दूनी 16, ठीक है। तो हुण असीं दोनों समीकरण इनू समीकरण 3 मान लैने, नाम दे देने इनू असीं समीकरण 4, समीकरण 3 विचों समीकरण 4 या समीकरण 4 विचों समीकरण 3 नूं असीं घटा देंगे, ठीक है। ਉਹਦੇ ਨਾਲ ਸਾਡੇ ਕੋਲੇ 6x ਜਿਹੜਾ ਕੱਟਿਆ ਜਾਏਗਾ। ਸਮੀਕਰਨ 3 ਵਿੱਚੋਂ 4 ਨੂੰ ਘਟਾਉਣ ਤੇ ਹਾਂਜੀ ਕੀ ਪ੍ਰਾਪਤ ਹੁੰਦਾ ਸਾਨੂੰ 6x + 3y = 15, और इत्थे अपने कोल आएगा 6x + 4y = 16। तो घटाओ करनी है तो नीचे सारे ਜਿਹੜੇ साइन है वो चेंज हो जाएंगे, इत्थे प्लस का माइनस हो जाएगा, ये भी प्लस का माइनस हो जाएगा। 6x जो 6x माइनस किते खत्म,
3y चो 4y माइनस किते माइनस y, 15 चो 16 माइनस किते -1, माइनस माइनस दोनों साइड तो अगर असी कट देंगे तो ये साडे कोल y की जिहड़ी कीमत है वो 1 बन जाएगी, y बराबर 1। ठीक है, तो हुण सानू पता है की करना है, आपां दोनों समीकरणों दे विचों किसी भी समीकरण दे विच असीं y की कीमत जिहड़ी वो 1 भरांगे तो साडे कोल x की जिहड़ी कीमत है प्राप्त हो जाएगी। ठीक है, तो समीकरण 1 विच y बराबर 1 भरन ते समीकरण 1 विच y बराबर 1 भरन ते ठीक है की प्राप्त होएगा सानू 2x प्लस ये अपने कोल है 2x जमा y बराबर 5। ठीक है, y बराबर 1 भरांगे तो 2x जमा 1 बराबर 5 आ जाएगा, बराबर 5। तो 2x इक्वल्स टू 5 माइनस 1, 2x इक्वल्स टू 4, तो इथों x की जिहड़ी कीमत है वो साडे कोल कितनी आ जाएगी 4/2 बराबर 2, x बराबर 2। ठीक है जी, तो इस सवाल का जिहड़ा लोड़ींदा हल है वो साडे कोल लोड़ींदा हल x बराबर 2 y बराबर 1 है। ठीक, और इनू भी असी पहला की तरह पड़ताल करके एक बार जरूर फाइनल देख लवांगे। x की कीमत 2 तो y की कीमत 1, अगर असी इत्थे भरते हैं तो x की कीमत 2 भरांगे साडे कोल 4 आ जाएगा, y की कीमत 1 जमा 1 बराबर 5, बिल्कुल ठीक है। और इत्थे असी x की कीमत 2 भरांगे साडे कोल 6 बनेगा, तो y की कीमत 1 तो ये 2 आ गया बराबर 8, 6 जमा 2 बराबर 8। ठीक है, तो बिल्कुल ठीक है, ਇਹਦਾ मतलब दोनों ਜਿਹੜੀਆਂ कीमतां ने वो दोनों समीकरणों ਨੂੰ संतुष्ट करदियां ने, इसलिए साडा आंसर ਜਿਹੜਾ ਉਹ बिल्कुल सही है। ठीक है स्टूडेंट्स, तो मैनूं उम्मीद है कि सारे क्वेश्चनस ਨੂੰ बहुत ध्यान ਦੇ ਨਾਲ ਤੁਸੀਂ ਦੇਖਿਆ ਹੋਵੇਗਾ ਤੇ कोई भी चीज़ नहीं अगर पता चली तो नीचे कमेंट बॉक्स ਵਿੱਚ देख सकते हो। ਇਹਦੇ ਨਾਲ ਰਿਲੇਟਡ ਪਹਿਲਾਂ ਇਸੇ ਹੀ ਚੈਪਟਰ ਦੀਆਂ ਜਿਹੜੀਆਂ ਵੀਡੀਓ ਲੈਸਨਸ ਨੇ ਸਾਰੀਆਂ ਵਿਧੀਆਂ ਜਿਹਦੇ ਵਿੱਚ ਸਮਝਾਈਆਂ ਗਈਆਂ ਸੀ ਉਹ ਵੀ ਚੈਨਲ ਦੇ ਉੱਤੇ ਪਲੇਲਿਸਟ ਦੇ ਵਿੱਚ ਤੁਸੀਂ 10th ਕਲਾਸ ਦੇ ਵਿੱਚ ਜਾ ਕੇ ਦੇਖ ਸਕਦੇ ਹੋ। ਠੀਕ ਹੈ, ਥੈਂਕ ਯੂ। ਇਸ ਤੋਂ ਬਾਅਦ ਫਿਰ ਮਿਲਾਂਗੇ ਅਗਲੇ ਚੈਪਟਰ ਦੇ 2 ਅੰਕਾਂ ਵਾਲੇ ਸਵਾਲਾਂ ਦੇ ਨਾਲ।